ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 8th class. Today we are going to start our next chapter number 4 of history. Name of the chapter is Tribal Dikkus and the Vision of Golden Age. ਟਰਾਈਬਲਸ ਬੇਟਾ ਜਿਹੜੇ ਕਬਾਇਲੀ ਲੋਕ ਨੇ ਉਹਨਾਂ ਨੂੰ ਟਰਾਈਬਲਸ ਕਿਹਾ ਜਾਂਦਾ ਹੈ। ਦਿਕੂਜ਼ ਮਤਲਬ ਆਊਟਸਾਈਡਰਸ, ਜਿਵੇਂ ਬ੍ਰਿਟਿਸ਼ਰਸ ਜਿਹੜੇ ਸੀ ਇਹ ਦਿਕੂਜ਼ ਇਹਨਾਂ ਨੂੰ ਕਿਹਾ ਗਿਆ ਹੈ। ਐਂਡ ਦ ਵਿਜ਼ਨ ਆਫ ਗੋਲਡਨ ਏਜ, ਤੇ ਉਹਨਾਂ ਦੀ ਨਜ਼ਰ ਦੇ ਵਿੱਚ ਗੋਲਡਨ ਜਾਂ ਸੁਨਹਿਰਾ ਸਮਾਂ ਜੋ ਕਿ ਜਿਸ ਨੂੰ ਕਿ ਉਹ ਟਰਾਈਬਲਸ ਸੁਸਾਇਟੀਜ਼ ਆਪਣੇ ਵਾਪਸ ਲੈਣਾ ਚਾਹੁੰਦੀਆਂ ਸੀ। ਉਹਨਾਂ ਦਾ ਸਟਰਗਲ ਅਸੀਂ ਇਸ ਚੈਪਟਰ ਦੇ ਵਿੱਚ ਪੜ੍ਹਨਾ ਹੈ ਕਿ ਟਰਾਈਬਲਸ ਜਾਂ ਕਬਾਇਲੀ ਲੋਕ ਸੀ ਜਿਹੜੇ ਉਹ ਦਿਕੂ ਜਾਂ ਆਊਟਸਾਈਡਰਸ ਤੋਂ ਆਪਣਾ ਜਿਹੜਾ ਸੁਨਹਿਰਾ ਕਾਲ ਜਾਂ ਗੋਲਡਨ ਏਜ ਆ ਉਹ ਵਾਪਸ ਲੈਣਾ ਚਾਹੁੰਦੇ ਸੀ। ਤੇ ਸਟਾਰਟ ਕਰ ਰਹੇ ਆਪਾਂ ਚੈਪਟਰ। in 1895 a man named Birsa was seen roaming the forest and the villages of Chota Nagpur in Jharkhand. ਬਿਰਸਾ ਮੁੰਡਾ ਨਾਮ ਦਾ ਇੱਕ ਆਦਮੀ ਹੋਇਆ ਜੋ ਕਿ ਛੋਟਾ ਨਾਗਪੁਰ ਜੋ ਝਾਰਖੰਡ ਦੇ ਵਿੱਚ ਹੈ, ਉਹਨਾਂ ਦੇ ਵਿੱਚੋਂ ਇੱਕ ਕਬੀਲੇ ਦੇ ਵਿੱਚ ਜਿਹੜਾ ਪੈਦਾ ਹੋਇਆ ਸੀ। ਤੇ ਲੋਕ ਮੰਨਦੇ ਸੀ ਕਿ ਇਹਦੇ ਕੋਲ ਕੁਝ ਜਿਹੜੀਆਂ ਨੇ ਉਹ ਜਾਦੂਈ ਸ਼ਕਤੀਆਂ ਨੇ ਜਿਨ੍ਹਾਂ ਦੇ ਨਾਲ ਇਹ ਬਿਮਾਰੀਆਂ ਖਤਮ ਕਰ ਸਕਦਾ ਹੈ ਜਾਂ ਜਿਹੜੀਆਂ ਉਹਨਾਂ ਦੀਆਂ ਫਸਲਾਂ ਨੇ ਉਹਨਾਂ ਨੂੰ ਵਧਾ ਸਕਦਾ ਹੈ। ਤੇ ਬਿਰਸਾ ਖੁਦ ਵੀ ਕਹਿੰਦਾ ਸੀ ਕਿ ਮੈਨੂੰ ਪਰਮਾਤਮਾ ਨੇ ਅਪਾਇੰਟ ਕੀਤਾ ਹੈ ਲੋਕਾਂ ਦੇ ਦੁੱਖ ਜਾਂ ਲੋਕਾਂ ਦੀਆਂ ਤਕਲੀਫਾਂ ਨੂੰ ਦੂਰ ਕਰਨ ਵਾਸਤੇ। ਤੇ ਦੂਸਰਾ ਜਿਹੜੀ ਦਿਕੂਜ਼ ਜਾਂ ਆਊਟਸਾਈਡਰਸ ਦੀ ਜਿਹੜੀ ਗੁਲਾਮੀ ਹੈ ਉਹਨਾਂ ਤੋਂ ਕਬਾਇਲੀ ਲੋਕਾਂ ਨੂੰ ਛੁਡਵਾਉਣ ਵਾਸਤੇ, ਟਰਾਈਬਲਸ ਨੂੰ ਛੁਡਾਉਣ ਵਾਸਤੇ। ਤੇ ਹੁਣ ਜਿਹੜੀ ਪ੍ਰੋਬਲਮ ਕੀ ਆ ਰਹੀ ਸੀ ਕਿ ਜਿਹੜਾ ਅਸੀਂ ਟਰਾਈਬਲ ਸੁਸਾਇਟੀਜ਼ ਬਾਰੇ ਅਸੀਂ ਪਿਛਲੇ ਸਾਲ ਵੀ ਪੜ੍ਹਿਆ ਸੀ ਕਿ ਜਿਹੜੀਆਂ ਟਰਾਈਬਲ ਸੁਸਾਇਟੀਆਂ ਜਾਂ ਕਬਾਇਲੀ ਲੋਕ ਸੀ ਇਹਨਾਂ ਦਾ ਰਹਿਣ ਸਹਿਣ, ਇਹਨਾਂ ਦਾ ਰੀਤੀ ਰਿਵਾਜ ਜਿਹੜਾ ਸੀ ਉਹ ਸੈਟਲ ਜਾਂ ਜਿਹੜੀ ਬ੍ਰਾਹਮਣਸ ਨੇ ਜਿਹੜੀਆਂ ਕਾਸਟ ਜਾਂ ਜਾਤੀਆਂ ਬਣਾਈਆਂ ਸੀ ਉਹਨਾਂ ਤੋਂ ਅਲੱਗ ਸੀ। ਤੇ ਇਹਨਾਂ ਦੇ ਜਿਹੜੇ ਨੇ ਆਪਣੇ ਹੀ ਡਿਫਰੈਂਟ ਰਿਚੁਅਲਸ ਤੇ ਸੁਸਾਇਟੀਜ਼ ਸੀ। ਤੇ 19th ਸੈਂਚੁਰੀ ਦੇ ਵਿੱਚ ਜਿਹੜਾ ਹੈ ਇਹਨਾਂ ਨੂੰ ਬ੍ਰਿਟਿਸ਼ਰਸ ਨੇ ਦੂਸਰੀਆਂ ਸੈਟਲਡ ਸੁਸਾਇਟੀਜ਼ ਦੀ ਤਰ੍ਹਾਂ ਸੈਟਲ ਕਰਨ ਵਾਸਤੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਪਹਿਲਾਂ ਅਸੀਂ ਪੜਾਂਗੇ ਹਾਊ ਡਿਡ ਟਰਾਈਬਲਸ ਗਰੁੱਪ ਲਿਵ, ਇਹ ਰਹਿੰਦੇ ਕਿਵੇਂ ਸੀ। ਤੇ ਫਸਟ ਆਫ ਆਲ ਹੈ ਸਮ ਵਰ ਝੂਮ ਕਲਟੀਵੇਟਰਸ, ਇਹਨਾਂ ਦੇ ਵਿੱਚੋਂ ਬਹੁਤ ਸਾਰੇ ਕਬਾਇਲੀ ਲੋਕ ਝੂਮ ਕਲਟੀਵੇਟਰ ਸੀ। ਝੂਮ ਕਲਟੀਵੇਟਰਸ ਤੁਹਾਨੂੰ ਪਿਛਲੇ ਚੈਪਟਰ ਦੇ ਵਿੱਚ ਵੀ ਸਮਝਾਇਆ ਸੀ ਕਿ ਇਹ ਲੋਕ ਜੰਗਲਾਂ ਦੇ ਵਿੱਚ ਰਹਿੰਦੇ ਸੀ ਤੇ ਜੰਗਲ ਦਾ ਥੋੜ੍ਹਾ ਜਿਹਾ ਪੈਚ ਇਸ ਵੈਜੀਟੇਸ਼ਨ ਦਾ ਸਾਫ਼ ਕਰਕੇ ਉਹਨੂੰ ਜਲਾ ਕੇ ਤੇ ਉਸ ਦੇ ਜਗ੍ਹਾ ਤੇ ਖੇਤੀ ਕਰਦੇ ਸੀ। ਤੇ ਉਸ ਤੋਂ ਇੱਕ ਫਸਲ ਲੈਣ ਤੋਂ ਬਾਅਦ ਇਹ ਫਿਰ ਜੰਗਲ ਦੇ ਦੂਸਰੇ ਹਿੱਸੇ ਨੂੰ ਸਾਫ਼ ਕਰਦੇ ਸੀ। ਤੇ ਇਹਨਾਂ ਦਾ ਮੰਨਣਾ ਸੀ ਕਿ a field that had been cultivated once was left fallow for several years, ਕਿ ਜਿਹੜਾ ਇੱਕ ਵਾਰੀ ਜਿਸ ਜਗ੍ਹਾ ਤੇ ਖੇਤੀ ਕਰ ਲਈ ਜਾਵੇ ਉਸ ਨੂੰ ਕਾਫੀ ਸਾਲਾਂ ਵਾਸਤੇ ਖਾਲੀ ਛੱਡ ਦੇਣਾ ਚਾਹੀਦਾ ਹੈ ਤਾਂ ਹੀ ਜਿਹੜਾ ਉੱਥੇ ਦੁਬਾਰਾ ਫਸਲ ਲਈ ਜਾ ਸਕਦੀ ਹੈ। ਇਹ ਜ਼ਿਆਦਾਤਰ ਹਿੱਲੀ ਏਰੀਆਜ਼ ਦੇ ਵਿੱਚ ਸੀ ਤੇ ਆਪਣੇ ਨਾਰਥ ਈਸਟ ਜਿੱਧਰ 7 ਸਿਸਟਰਸ ਜਿਹੜੀਆਂ ਸਟੇਟਸ ਮੰਨੀਆਂ ਜਾਂਦੀਆਂ ਨੇ ਉਸ ਹਿੱਸੇ ਦੇ ਵਿੱਚ ਅਸਮ, ਮਣੀਪੁਰ, ਮੇਘਾਲਿਆ ਵਾਲੇ ਪਾਸੇ ਇਹੋ ਜਿਹੇ ਜਿਹੜੇ ਕਬਾਇਲੀ ਲੋਕ ਸੀ ਉਹ ਪਾਏ ਜਾਂਦੇ ਸੀ। ਤੇ ਇਹਨਾਂ ਦੀ ਜਿਹੜੀ ਲਾਈਫ ਹੈ ਉਹ ਇਸ ਤਰ੍ਹਾਂ ਹੀ ਘੁੰਮਦੇ ਫਿਰਦਿਆਂ ਹੀ ਬਤੀਤ ਹੁੰਦੀ ਸੀ ਤੇ ਇਹ ਜਿਹੜੇ ਨੇ ਸੈਟਲ ਲਾਈਫ ਨਹੀਂ ਜੀ ਸਕਦੇ ਸੀ। ਸਮ ਵਰ ਹੰਟਰਸ ਐਂਡ ਗੈਦਰਰਸ, ਕੁਝ ਕਬਾਇਲੀ, ਕੁਝ ਜਿਹੜੇ ਟਰਾਈਬਲ ਸੀ ਇਹ ਸ਼ਿਕਾਰੀ ਸੀ ਤੇ ਸ਼ਿਕਾਰ ਕਰਕੇ ਲਿਆਉਂਦੇ ਸੀ ਤੇ ਫਿਰ ਆਪਸ ਦੇ ਵਿੱਚ ਉਸ ਸ਼ਿਕਾਰ ਨੂੰ ਵੰਡ ਲੈਂਦੇ ਸੀ। ਤੇ ਜਾਂ ਫਿਰ ਜਿਹੜੇ ਜੰਗਲ ਦੇ ਵਿੱਚੋਂ ਚੀਜ਼ਾਂ ਇਹਨਾਂ ਨੂੰ ਮਿਲਦੀਆਂ ਸੀ, ਫਰੂਟਸ ਹੋ ਗਏ ਜਾਂ ਹੋਰ ਹਰਬਸ ਜਾਂ ਸ਼ਰਬਸ ਜਿਹੜੀਆਂ ਸੀ ਉਹ ਚੀਜ਼ਾਂ ਇਹ ਆਪਣੇ ਵਾਸਤੇ ਇਕੱਠੀਆਂ ਕਰ ਲੈਂਦੇ ਸੀ। ਤੇ
ਇਹਨਾਂ ਦੇ ਵਿੱਚੋਂ ਜਿਵੇਂ ਕਿ ਸੀਡਸ ਆਫ ਦ ਸਾਲ ਐਂਡ ਮਹੂਆ, ਜਿਵੇਂ ਸਾਲ ਤੇ ਮਹੂਆ ਜਿਹੜੇ ਇਹ ਇੱਕ ਤਰ੍ਹਾਂ ਦੇ ਟਰੀਜ਼ ਨੇ, ਇਹਨਾਂ ਦੇ ਬੀਜ ਇਕੱਠੇ ਕਰ ਲੈਂਦੇ ਸੀ, ਠੀਕ ਹੈ। ਤੇ ਉਸ ਤੋਂ ਬਾਅਦ ਜਿਹੜੀਆਂ ਆਪਣੇ ਇਹਨਾਂ ਦੀਆਂ ਜ਼ਰੂਰਤਾਂ ਤੋਂ ਜਿਹੜੀਆਂ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਵੱਧ ਜਾਂਦੀਆਂ ਸੀ, ਜੰਗਲ ਦੇ ਜਿਹੜੇ ਪ੍ਰੋਡਕਟ ਸੀ, ਤੇ ਇਹ ਫਿਰ ਉਹਨਾਂ ਨੂੰ ਲੋਕਲ ਮਾਰਕੀਟ ਦੇ ਵਿੱਚ ਵੇਚ ਕੇ ਤੇ ਆਪਣੀ ਕਮਾਈ ਕਰ ਲੈਂਦੇ ਸੀ। ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਅੱਗੇ ਸਮ ਹਰਡਡ ਐਨੀਮਲਸ, ਤੇ ਕੁਝ ਜਿਹੜੇ ਗਰੁੱਪ ਸੀ, ਕਬਾਇਲੀ ਗਰੁੱਪ, ਇਹ ਜਿਹੜੇ ਨੇ ਪਸ਼ੂ ਪਾਲਦੇ ਸੀ ਤੇ ਆਪਣੇ ਪਸ਼ੂਆਂ ਨੂੰ ਲੈ ਕੇ ਇਹਨਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਮੂਵ ਹੋਣਾ ਪੈਂਦਾ ਸੀ। ਤੇ ਉਸ ਤਰ੍ਹਾਂ ਜਿਵੇਂ ਕਿ ਇਹਨਾਂ ਦੇ ਵਿੱਚੋਂ ਵਨ ਗੁੱਜਰਸ, ਇਹ ਪੰਜਾਬ ਦੇ ਕਬਾਇਲੀ ਲੋਕ ਸੀ। ਲੈਬਾਡੀਜ਼ ਜਿਹੜੇ ਸੀ ਇਹ ਆਂਧਰਾ ਪ੍ਰਦੇਸ਼ ਦੇ ਸੀ, ਤੇ ਇਹ ਕੈਟਲ ਹਰਡਰ ਸੀ। ਗੱਦੀ ਲੋਕ ਸੀ ਇਹ ਕੁੱਲੂ ਦੇ ਸੀ, ਜਿਹੜੇ ਕਿ ਭੇਡਾਂ ਪਾਲਦੇ ਸੀ। ਤੇ ਇਸ ਤਰ੍ਹਾਂ ਜਿਹੜਾ ਹੈ ਇਹ ਕਬੀਲੇ ਜਿਹੜੇ ਆਪਣੀ ਲਾਈਫ ਜਿਹੜੀ ਸੀ ਜੀ ਰਹੇ ਸੀ, ਜਿਨ੍ਹਾਂ ਨੂੰ ਆਪਣਾ ਲਾਈਫ ਸਟਾਈਲ ਪਸੰਦ ਸੀ। Some took to settled cultivation। ਤੇ 19th ਸੈਂਚੁਰੀ ਦੇ ਵਿੱਚ ਜਦੋਂ ਟਰਾਈਬਲ ਗਰੁੱਪਸ ਨੂੰ ਬ੍ਰਿਟਿਸ਼ਰਸ ਨੇ ਸੈਟਲ ਕਰਨਾ ਸ਼ੁਰੂ ਕੀਤਾ, ਤੇ ਉਦੋਂ ਕੁਝ ਜਿਹੜੇ ਇਹੋ ਜਿਹੇ ਗਰੁੱਪਸ ਸੀ ਉਹ ਸੈਟਲਡ ਲਾਈਫ ਇੱਕ ਜਗ੍ਹਾ ਤੇ ਮਤਲਬ ਸੈੱਟ ਹੋ ਕੇ ਲਾਈਫ ਉਹਨਾਂ ਨੇ ਜੀਣੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਜਿਹੜਾ ਹੈ ਖੇਤਾਂ ਨੂੰ ਵਾਹਣਾ ਤੇ ਹੌਲੀ ਹੌਲੀ ਜਿਹੜਾ ਹੈ ਉਹ ਫਸਲ ਉਗਾਉਣੀ ਸ਼ੁਰੂ ਕਰ ਦਿੱਤੀ। ਤੇ ਉਸ ਤੋਂ ਬਾਅਦ ਕੁਝ ਜਿਹੜੇ ਨੇ ਇਹ ਛੋਟਾ ਨਾਗਪੁਰ ਦੇ ਵਿੱਚੋਂ ਵੀ ਸੀ, ਜਿੱਥੋਂ ਦਾ ਕਿ ਮੁੰਡਾ ਵਿਰਸਾ ਸੀ। ਤੇ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਹੈ ਆਪਣੀ ਜ਼ਮੀਨ ਕਲੀਅਰ ਕੀਤੀ। ਉਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜਾ ਹੈ ਜ਼ਮੀਨ ਨੂੰ ਸਾਫ਼ ਕਰਕੇ ਉੱਥੇ ਖੇਤੀ ਕਰਨੀ ਸ਼ੁਰੂ ਕੀਤੀ। ਤੇ ਕੁਝ ਇਹਨਾਂ ਦੇ ਵਿੱਚੋਂ ਜਿਹੜੇ ਕੁਝ ਲੋਕ ਸੀ ਉਹ ਉਹਨਾਂ ਦੇ ਚੀਫ ਬਣ ਗਏ ਤੇ ਕੁਝ ਇਹਦੇ ਫੋਲੋਅਰਸ ਬਣ ਗਏ। ਹੁਣ ਬ੍ਰਿਟਿਸ਼ ਆਫੀਸ਼ੀਅਲ ਸੀ ਉਹਨਾਂ ਨੇ ਦੇਖਿਆ ਕਿ ਜਿਹੜੇ ਟਰਾਈਬਲ ਗਰੁੱਪ, ਜਿਹੜੇ ਸੈਟਲ ਟਰਾਈਬਲ ਗਰੁੱਪ ਸੀ, ਉਹ ਕਾਫੀ ਸਿਵਲਾਈਜ਼ਡ ਸੀ ਤੇ ਹੰਟਰ ਗੈਦਰਰਸ ਤੇ ਸ਼ਿਫਟੀ ਕਲਟੀਵੇਟਰਸ ਦੇ ਨਾਲੋਂ। ਤੇ ਉਹਨਾਂ ਨੂੰ ਜਿਹੜਾ ਹੈ ਉਹ ਜੰਗਲੀ ਸਮਝਦੇ ਸੀ ਕਿ ਜੰਗਲੀ ਤੇ ਅਨਸਿਵਲਾਈਜ਼ਡ ਲੋਕ ਨੇ। ਤੋ ਉਹਨਾਂ ਨੇ ਜਿਹੜੇ ਅਨਸਿਵਲਾਈਜ਼ਡ ਟਰਾਈਬਲ ਗਰੁੱਪਸ ਸੀ ਇਹਨਾਂ ਨੂੰ ਸੈਟਲ ਕਰਨ ਵਾਸਤੇ ਰੂਲ ਬਣਾਉਣੇ ਸ਼ੁਰੂ ਕੀਤੇ। ਤੇ ਨੈਕਸਟ ਆਪਣਾ ਪੁਆਇੰਟ ਆ ਗਿਆ, ਹਾਊ ਡਿਡ ਕਲੋਨੀਅਲ ਰੂਲ ਅਫੈਕਟ ਟਰਾਈਬਲ ਲਾਈਫਸ। ਤੇ ਇਹ ਜਿਹੜੇ ਰੂਲ ਸੀ ਇਹਨਾਂ ਨੇ ਟਰਾਈਬਲ ਜ਼ਿੰਦਗੀ ਨੂੰ, ਜਿਹੜੇ ਕਬੀਲਿਆਂ ਦੇ ਲੋਕ ਸੀ ਉਹਨਾਂ ਨੂੰ ਕਿਵੇਂ ਅਫੈਕਟ ਕੀਤਾ, ਕਿਵੇਂ ਉਹਨਾਂ ਦੇ ਉੱਪਰ ਪ੍ਰਭਾਵ ਪਾਇਆ। ਸਭ ਤੋਂ ਪਹਿਲਾਂ ਵਟ ਹੈਪਨ ਟੂ ਦ ਟਰਾਈਬਲ ਚੀਫਸ। ਤੇ ਟਰਾਈਬਲ ਚੀਫਸ ਜਿਹੜੇ ਕਬਾਇਲੀ ਦੇ ਮੁਖੀ ਹੁੰਦੇ ਸੀ ਉਹਨਾਂ ਦੇ ਉੱਪਰ ਕੀ ਅਸਰ ਹੋਇਆ। ਬਿਫੋਰ ਦ ਅਰਾਈਵਲ ਆਫ ਬ੍ਰਿਟਿਸ਼ ਇਨ ਮੈਨੀ ਏਰੀਆਜ਼ ਟਰਾਈਬਲ ਚੀਫਸ ਵਰ ਇੰਪੋਰਟੈਂਟ ਪੀਪਲ। ਇਹ ਬੜੇ ਬ੍ਰਿਟਿਸ਼ ਦੇ ਆਉਣ ਤੋਂ ਪਹਿਲਾਂ ਬੜੇ ਇੰਪੋਰਟੈਂਟ ਮੰਨੇ ਜਾਂਦੇ ਸੀ ਤੇ ਇਹਨਾਂ ਦੇ ਕੋਲ ਜਿਹੜਾ ਇਕਨੋਮਿਕ ਪਾਵਰਸ ਵੀ ਸੀ, ਐਡਮਿਨਿਸਟ੍ਰੇਟਰ ਕੰਟਰੋਲ ਵੀ ਇਹਨਾਂ ਦੇ ਹੱਥ ਦੇ ਵਿੱਚ ਸੀ। ਮਤਲਬ ਕਬੀਲੇ ਦਾ ਕੋਈ ਵੀ ਜਿਹੜਾ ਇੰਪੋਰਟੈਂਟ ਕੰਮ ਹੈ ਇਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੁੰਦਾ ਸੀ। ਤੇ ਹੁਣ ਜਦੋਂ ਬ੍ਰਿਟਿਸ਼ਰਸ ਨੇ ਰੂਲ ਬਣਾਏ ਤਾਂ ਇਹਨਾਂ ਦੇ ਉੱਪਰ ਸਭ ਤੋਂ ਵੱਧ ਅਸਰ ਪਿਆ ਕਿ ਇਹਨਾਂ ਦੇ ਉੱਪਰ ਚੀਫਸ ਦੇ ਉੱਪਰ, ਕਬੀਲਿਆਂ ਦੇ ਮੁਖੀ ਦੇ ਉੱਪਰ। ਹੁਣ ਉਹਨਾਂ ਨੂੰ ਜਿਹੜਾ ਹੈ ਇੱਕ ਕਲਸਟਰ ਦੇ ਦਿੱਤਾ ਗਿਆ ਪਿੰਡ ਦਾ, ਜ਼ਮੀਨ ਦਾ ਹਿੱਸਾ, ਕਿ ਤੁਸੀਂ ਇਹਨੂੰ ਰੈਂਟ ਆਊਟ ਕਰੋ। ਤੇ ਉਸ ਤੋਂ ਬਾਅਦ ਉਹਨਾਂ ਦੇ ਕੋਲ ਕੋਈ ਐਡਮਿਨਿਸਟ੍ਰੇਟਿਵ ਪਾਵਰ ਨਹੀਂ ਸੀ ਰਹੀ ਤੇ ਉਹਨਾਂ ਨੂੰ ਸਗੋਂ ਜੋ ਵੀ ਬ੍ਰਿਟਿਸ਼ਰਸ ਨੇ ਜਿਹੜੇ ਲਾਅ ਬਣਾਏ ਸੀ, ਰੂਲ ਬਣਾਏ ਸੀ, ਉਹਨਾਂ ਨੂੰ ਫੋਲੋ ਕਰਨਾ ਪੈਂਦਾ ਸੀ। ਤੇ ਉਸ ਤੋਂ ਬਾਅਦ ਜਿਹੜਾ ਹੈ ਕੋਈ ਡਿਸਿਪਲਿਨ ਦੀ ਕੋਈ ਪ੍ਰੋਬਲਮ ਹੁੰਦੀ ਸੀ ਤਾਂ ਵੀ ਜਿਹੜੇ ਚੀਫਸ ਸੀ ਉਹ ਬ੍ਰਿਟਿਸ਼ਰਸ ਨੂੰ ਅਨਸਰੇਬਲ ਸੀ, ਉਹਨਾਂ ਨੂੰ ਜਵਾਬ ਦੇਣਾ ਪੈਂਦਾ ਸੀ। ਤੇ ਉਹ ਆਪਣੀ ਜਿਹੜੀ ਅਥਾਰਟੀ ਸੀ ਉਹ ਲੂਜ਼ ਕਰ ਚੁੱਕੇ ਸੀ ਤੇ ਉਹਨਾਂ ਨੂੰ ਜਿਹੜਾ ਹੈ ਇਹ ਇਸ ਤਰ੍ਹਾਂ ਦਾ ਜਿਹੜਾ ਲਾਈਫ ਸਟਾਈਲ ਉਹ ਪਸੰਦ ਨਹੀਂ ਆਇਆ। ਨੈਕਸਟ ਆ ਗਿਆ, ਵਟ ਹੈਪਨ ਟੂ ਦ ਸ਼ਿਫਟਿੰਗ ਕਲਟੀਵੇਟਰਸ।
ਹੁਣ ਜਿਹੜੇ ਸ਼ਿਫਟਿੰਗ ਕਲਟੀਵੇਟਰ ਸੀ ਜਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾਣ ਵਾਲੇ ਕਲਟੀਵੇਟਰ ਸੀ, ਉਹਨਾਂ ਦੇ ਉੱਪਰ ਬ੍ਰਿਟਿਸ਼ ਰੂਲਸ ਦਾ ਜਾਂ ਲਾਜ਼ ਦਾ ਕੀ ਅਸਰ ਹੋਇਆ। ਹੁਣ ਇਹ ਬ੍ਰਿਟਿਸ਼ਰਸ ਨੇ ਸਭ ਤੋਂ ਵੱਧ ਜਿਹੜਾ ਹੈ ਇਹਨਾਂ ਨੂੰ ਸੈਟਲ ਕਰਨ ਵਾਸਤੇ ਇਹਨਾਂ ਦੇ ਮਤਲਬ ਜੋ ਲਾਜ਼ ਬਣਾਏ ਸੀ ਉਹ ਜ਼ਿਆਦਾ ਇਹਨਾਂ ਦੇ ਅਗੇਂਸਟ ਸੀ। ਤੇ ਇਹਨਾਂ ਨੇ ਜੋ ਮਤਲਬ ਕਿ ਕੁਝ ਜਿਹੜੇ ਜੰਗਲ ਸੀ ਉਹ ਰਿਜ਼ਰਵ ਰੱਖ ਲਏ ਤੇ ਉਹਨਾਂ ਨੂੰ ਜਿਹੜੇ ਝੂਮ ਕਲਟੀਵੇਟਰ ਸੀ ਉਹਨਾਂ ਨੂੰ ਇਹਨਾਂ ਜੰਗਲਾਂ ਦੇ ਵਿੱਚ ਜਾਣ ਦੀ ਮਨਾਹੀ ਕਰ ਦਿੱਤੀ ਗਈ। ਨਾ ਤੇ ਹੁਣ ਉਹ ਜੰਗਲਾਂ ਨੂੰ ਸਾਫ਼ ਕਰਕੇ ਉੱਥੇ ਖੇਤੀ ਕਰ ਸਕਦੇ ਸੀ, ਨਾ ਹੀ ਉੱਥੋਂ ਰੂਟਸ ਤੇ ਫਰੂਟਸ ਕਲੈਕਟ ਕਰ ਸਕਦੇ ਸੀ। ਤੇ ਉਸ ਤੋਂ ਬਾਅਦ ਫਿਰ ਇਹਨਾਂ ਦਾ ਜਿਹੜਾ ਹੈ ਫਿਰ ਇਹਨਾਂ ਦੇ ਵਿੱਚੋਂ ਕੁਝ ਜਿਹੜੇ ਲੋਕ ਸੀ ਉਹਨਾਂ ਨੂੰ ਆਪਣੀ ਰੋਜ਼ੀ ਰੋਟੀ ਚਲਾਉਣੀ ਮੁਸ਼ਕਿਲ ਹੋ ਗਈ। ਤੇ ਫਿਰ ਜਿਹੜਾ ਹੈ ਇਹਨਾਂ ਨੂੰ ਥੋੜ੍ਹੇ ਜਿਹੇ ਬ੍ਰਿਟਿਸ਼ਰਸ ਨੇ ਜਿਹੜਾ ਹੈ ਥੋੜ੍ਹਾ ਜਿਹਾ ਢਿੱਲ ਦਿੱਤੀ ਇਹਨਾਂ ਨੂੰ, ਤੇ ਇਹਨਾਂ ਨੂੰ ਕਿਹਾ ਕਿ ਤੁਸੀਂ ਜੰਗਲਾਂ ਦੇ ਵਿੱਚ ਜਾ ਸਕਦੇ ਹੋ ਤੇ ਉਸ ਦੇ ਬਦਲੇ ਉਹਨਾਂ ਨੂੰ ਜਿਹੜਾ ਫਿਕਸਡ ਰੈਵਨਿਊ ਦੇਣਾ ਪਏਗਾ ਤੁਹਾਨੂੰ, ਕਿ ਤੁਹਾਨੂੰ ਇੰਨਾ ਜਿਹੜਾ ਹੈ ਟੈਕਸ ਪੇ ਕਰਨਾ ਪਏਗਾ ਤੇ ਤਾਂ ਤੁਸੀਂ ਜੰਗਲਾਂ ਦੇ ਵਿੱਚ ਜਾ ਸਕਦੇ ਹੋ। ਤੇ ਉਹ ਇਸ ਇੱਕ ਤਰ੍ਹਾਂ ਦੇ ਟੈਨੈਂਟਸ ਬਣ ਗਏ, ਇੱਕ ਤਰ੍ਹਾਂ ਦੇ ਕਿਰਾਇਆ ਦੇ ਕੇ ਤੇ ਉਹ ਜਿਹੜਾ ਹੈ ਜੰਗਲ ਦੇ ਵਿੱਚ ਜਾ ਕੇ ਆਪਣੀ ਰੋਜ਼ੀ ਰੋਟੀ ਕਮਾ ਸਕਦੇ ਸੀ। ਤੇ ਇਸ ਤਰ੍ਹਾਂ ਜਿਹੜਾ ਹੈ ਝੂਮ ਕਲਟੀਵੇਟਰ ਸੀ ਉਹਨਾਂ ਦੇ ਉੱਪਰ ਜਿਹੜਾ ਹੈ ਇਹਨਾਂ ਦਾ ਰੂਲਸ ਦਾ ਸਭ ਤੋਂ ਵੱਧ ਅਸਰ ਹੋਇਆ। ਨੈਕਸਟ ਆ ਗਿਆ ਆਪਣੇ ਫੋਰੈਸਟ ਲਾਜ਼ ਐਂਡ ਦੇਅਰ ਇੰਪੈਕਟ। ਫੋਰੈਸਟ ਲਾਅ ਕਿਹੜੇ ਕਿਹੜੇ ਸੀ ਤੇ ਉਹਨਾਂ ਦਾ ਅਸਰ ਕੀ ਹੋਇਆ। ਹੁਣ ਅੱਜ ਜਿਵੇਂ ਤੁਸੀਂ ਦੇਖਿਆ ਹੈ ਕਿ ਟਰਾਈਬਲ ਗਰੁੱਪਸ ਦੀ ਜਿਹੜੀ ਜ਼ਿੰਦਗੀ ਸੀ ਉਹ ਜੰਗਲਾਂ ਦੇ ਨਾਲ ਜੁੜੀ ਹੋਈ ਸੀ, ਤੇ ਜਦੋਂ ਜੰਗਲਾਂ ਦੇ ਨਵੇਂ ਲਾਜ਼ ਬਣੇ ਤਾਂ ਜਿਹੜੀਆਂ ਟਰਾਈਬਲਸ ਜ਼ਿੰਦਗੀਆਂ ਸੀ ਜਾਂ ਟਰਾਈਬਲਸ ਲੋਕ ਸੀ ਉਹਨਾਂ ਦੇ ਉੱਪਰ ਇਹਨਾਂ ਦਾ ਬਹੁਤ ਅਸਰ ਹੋਇਆ। ਤੇ ਉਹ ਆਪਣੇ ਕਿ ਜਿਵੇਂ ਕਿ in these forests, people were not allowed to move freely, practice room cultivation, collect fruits and hunt animals। मतलब कि ना तो खेती कर सकते सी, ना फ्रूट्स कलैक्ट कर सकते सी, ते ना ही वो कल्टीवेशन कर सकते सी। ਤੇ ਉਹਨਾਂ ਨੂੰ ਜਿਹੜਾ ਹੈ ਫਿਰ ਜਦੋਂ ਉਹਨਾਂ ਦਾ ਜਿਹੜਾ ਟ੍ਰੈਡੀਸ਼ਨਲ ਕੰਮ ਉਹਨਾਂ ਦੇ ਵਿੱਚ ਤੋਂ ਖੋਹ ਲਿਆ ਗਿਆ ਤਾਂ ਉਹਨਾਂ ਨੂੰ ਫਿਰ ਜ਼ਬਰਦਸਤੀ ਹੋਰ ਕੰਮਾਂ ਦੇ ਵਿੱਚ ਜਾ ਕੇ ਆਪਣੀ ਰੋਜ਼ੀ ਰੋਟੀ ਕਮਾਉਣੀ ਪਈ। ਤੇ ਇਸ ਤਰ੍ਹਾਂ ਜਿਹੜਾ ਹੈ ਕਲੋਨੀਅਲ ਓਫੀਸ਼ੀਅਲਸ ਜਿਹੜੇ ਸੀ, ਜਿਹੜੇ ਬ੍ਰਿਟਿਸ਼ ਰੂਲਸ ਨੇ ਜਿਹੜਾ ਹੈ ਇਹਨਾਂ ਦੀ ਜ਼ਿੰਦਗੀ ਔਖੀ ਕਰ ਦਿੱਤੀ। ਤੇ ਹੁਣ ਬਹੁਤ ਸਾਰੇ ਜਿਹੜੇ ਸੀ ਟਰਾਈਬਲ ਗਰੁੱਪਸ ਸੀ ਉਹਨਾਂ ਨੇ ਕਲੋਨੀਅਲ ਫੋਰੈਸਟ ਲਾਜ਼ ਦੇ ਅਗੇਂਸਟ ਜਿਹੜਾ ਹੈ ਰਿਐਕਟ ਕੀਤਾ ਕਿ ਉਹਨਾਂ ਨੇ ਜਿਹੜਾ ਹੈ ਵਿਰੋਧਤਾ ਕੀਤੀ ਜਿਹੜੇ ਕਲੋਨੀਅਲ ਲਾਜ਼ ਸੀ, ਤੇ ਇਹਨਾਂ ਨੂੰ ਜਿਹੜਾ ਹੈ ਮੰਨਣ ਤੋਂ ਮਨਾ ਕਰ ਦਿੱਤਾ। ਇੱਕ ਤਰ੍ਹਾਂ ਦੀ ਜਿਵੇਂ ਸਟ੍ਰਾਈਕ ਕੀਤੀ ਜਾਂਦੀ ਹੈ, ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਨੇ ਇਲੀਗਲ ਨੇ ਤੇ ਉਹਨਾਂ ਦੇ ਖਿਲਾਫ ਜਿਹੜਾ ਹੈ ਇਹ ਰਿਵੋਲਟ ਜਿਹੜੇ ਸ਼ੁਰੂ ਹੋ ਗਏ। ਸਭ ਤੋਂ ਪਹਿਲਾਂ ਜਿਹੜਾ ਹੈ ਰਿਵੋਲਟ ਸੰਗਰਾਮ ਸੰਗਮਾ ਇਹ 1906 ਦੇ ਵਿੱਚ ਅਸਮ ਦੇ ਵਿੱਚ ਸ਼ੁਰੂ ਹੋਇਆ, ਤੇ ਉਸ ਤੋਂ ਬਾਅਦ ਜਿਹੜਾ ਹੈ ਫਿਰ ਹੌਲੀ ਹੌਲੀ ਬਾਕੀ ਗਰੁੱਪਸ ਦੇ ਵਿੱਚ ਵੀ ਅਵੇਅਰਨੈਸ ਜਿਹੜੀ ਸ਼ੁਰੂ ਹੋ ਗਈ। ਨੈਕਸਟ ਆ ਗਿਆ ਜੀ ਆਪਣਾ ਦ ਪ੍ਰੋਬਲਮ ਵਿਦ ਟ੍ਰੇਡ। 19th ਸੈਂਚੁਰੀ ਦੇ ਵਿੱਚ ਜਿਹੜਾ ਹੈ ਟਰਾਈਬਲ ਗਰੁੱਪਸ ਤੇ ਜਿਹੜੇ ਟ੍ਰੇਡਰ ਤੇ ਮਨੀ ਲੈਂਡਰਸ ਇਹਨਾਂ ਦੇ ਵਿੱਚ ਜਿਹੜਾ ਹੈ ਫੋਰੈਸਟ ਲਾਜ਼ ਫੋਰੈਸਟ ਨੂੰ ਲੈ ਕੇ ਫੋਰੈਸਟ ਦੀ ਚੀਜ਼ਾਂ ਆਪਣੇ ਖਰੀਦਣ ਤੇ ਵੇਚਣ ਦੇ ਪ੍ਰੋਡਕਟਸ ਇਹਨਾਂ ਨੂੰ ਖਰੀਦਣ ਤੇ ਵੇਚਣ ਕਰਕੇ ਇਹਨਾਂ ਦੇ ਵਿੱਚ ਜਿਹੜਾ ਆਪਸ ਦੇ ਵਿੱਚ ਪ੍ਰੋਬਲਮ ਸ਼ੁਰੂ ਹੋਈ। ਹੁਣ ਜਿਵੇਂ ਕਿ ਜਿਹੜਾ ਇੰਡੀਅਨ ਸਿਲਕ ਸੀ ਇਹਦੀ ਯੂਰਪ ਦੇ ਵਿੱਚ ਬਹੁਤ ਡਿਮਾਂਡ ਸੀ, ਕਿਉਂਕਿ ਬਹੁਤ ਹੀ ਫਾਈਨ ਕੁਆਲਿਟੀ ਦਾ ਇਹ ਸਿਲਕ ਮੰਨਿਆ ਜਾਂਦਾ ਸੀ ਤੇ ਇਹਨੂੰ ਜਿਹੜਾ ਐਕਸਪੋਰਟ ਕੀਤਾ ਜਾਂਦਾ ਸੀ। ਤੇ ਜਿਵੇਂ ਹੀ ਇਹਦੀ ਮਾਰਕੀਟ ਐਕਸਪੈਂਡ ਹੋਈ, ਈਸਟ ਇੰਡੀਆ ਕੰਪਨੀ ਦੇ ਜਿਹੜੇ ਆਫੀਸ਼ੀਅਲ ਸੀ ਇਹਨਾਂ ਨੇ ਇਹਨਾਂ ਕਬੀਲਿਆਂ ਨੂੰ ਸਿਲਕ ਪ੍ਰੋਡਕਸ਼ਨ ਵਾਸਤੇ ਹੋਰ ਜਿਹੜਾ ਹੈ
ਇਨਕਰਜ ਕੀਤਾ। ਤੇ ਉਸ ਤੋਂ ਬਾਅਦ ਜਿਵੇਂ ਕਿ ਹਜ਼ਾਰੀ ਬਾਗ ਇਨ ਪ੍ਰੈਜ਼ੈਂਟ ਡੇ ਝਾਰਖੰਡ ਵਾਜ਼ ਐਨ ਏਰੀਆ ਵੇਅਰ ਦਾ ਸੈਂਥਲਸ ਰੀਅਰਡ ਕੋਕੂਨਸ। ਝਾਰਖੰਡ ਦਾ ਜਿਹੜਾ ਐਟ ਪ੍ਰੈਜ਼ੈਂਟ ਹਜ਼ਾਰੀ ਬਾਗ ਦਾ ਏਰੀਆ ਹੈ, ਉੱਥੇ ਸੈਂਥਲਸ ਕਬਾਇਲੀ ਲੋਕ ਰਹਿੰਦੇ ਸੀ, ਜਿਹੜੇ ਕਿ ਕੋਕੂਨ, ਸਿਲਕ ਦਾ ਕੋਕੂਨ ਬਣਾਉਂਦੇ ਸੀ। ਤੇ ਟ੍ਰੇਡਰਸ ਜਿਹੜੇ ਸੀ ਇਹਨਾਂ ਤੋਂ, ਟ੍ਰੇਡਰ ਦੇ ਏਜੰਟਸ ਇਹਨਾਂ ਤੋਂ ਇਹਨਾਂ ਨੂੰ ਲੋਨ ਦਿੰਦੇ ਸੀ ਕੋਕੂਨਸ ਦੇ ਪਾਲਣ ਵਾਸਤੇ, ਤੇ ਫਿਰ ਉਹਨਾਂ ਤੋਂ ਕੋਕੂਨਸ ਖਰੀਦ ਕੇ ਇਹ ਜਿਹੜਾ ਹੈ ਅੱਗੇ ਵੇਚ ਦਿੰਦੇ ਸੀ। ਤੇ ਆਪ ਇਹ ਕਈ ਗੁਣਾ ਕਰਕੇ 5 ਗੁਣਾ ਕਰਕੇ ਜਾਂ 10 ਗੁਣਾ ਕਰਕੇ ਅੱਗੇ ਵੇਚ ਦਿੰਦੇ ਸੀ, ਤੇ ਜਿਹੜਾ ਆਪ ਜਿਹੜਾ ਹੈ ਮੋਟਾ ਪ੍ਰੋਫਿਟ ਲੈਂਦੇ ਸੀ। ਤੇ ਹੌਲੀ ਹੌਲੀ ਜਦੋਂ ਇਹਨਾਂ ਸੈਂਥਲ ਗਰੁੱਪ ਦੇ ਕਬਾਇਲੀ ਲੋਕਾਂ ਨੂੰ ਜਦੋਂ ਇਹ ਪਤਾ ਲੱਗਾ ਕਿ ਵੀ ਉਹ ਮਿਹਨਤ ਸਾਰੀ ਉਹਨਾਂ ਦੀ ਹੈ ਔਰ ਪ੍ਰੋਫਿਟ ਜਿਹੜੇ ਨੇ ਉਹ ਟ੍ਰੇਡਰਸ ਲੈ ਰਹੇ ਨੇ, ਤਾਂ ਉਹਨਾਂ ਦੇ ਵਿੱਚ ਮਤਲਬ ਉਹਨਾਂ ਨੇ ਰਿਐਕਟ ਕਰਨਾ ਸ਼ੁਰੂ ਕੀਤਾ। ਉਹਨਾਂ ਦੇ ਵਿੱਚ ਜਿਹੜੀ ਨਿਰਾਸ਼ਾ ਪੈਦਾ ਹੋਈ। ਕੁਝ ਤੇ ਜਿਹੜੇ ਨੇ ਸਿਲਕ ਗਰੋਵਰ ਸੀ, ਉਹਨਾਂ ਨੇ ਇਹ ਕੰਮ ਛੱਡ ਦਿੱਤਾ ਤੇ ਉਹ ਜਿਹੜੇ ਨੇ ਉਹ ਹੋਰ ਕੰਮਾਂ ਦੀ ਭਾਲ ਦੇ ਵਿੱਚ ਲੱਗ ਗਏ। ਤੇ ਹੁਣ ਜਿਹੜਾ ਹੈ, ਜਿਹੜੇ ਜਿੱਥੇ ਹੋਰ ਵੀ ਇਹ ਕੰਮ ਕਰਦੇ ਸੀ ਉੱਥੇ ਵੀ ਕਾਫੀ ਖਤਰਨਾਕ ਹਾਲਾਤਾਂ ਦੇ ਵਿੱਚ ਇਹਨਾਂ ਨੂੰ ਕੰਮ ਕਰਨੇ ਪੈਂਦੇ ਸੀ, ਜਿਹਦਾ ਕਿ ਫਾਇਦਾ ਘੱਟ ਸੀ, ਮਤਲਬ ਇਹਨਾਂ ਨੂੰ ਪੈਸਾ ਘੱਟ ਮਿਲਦਾ ਸੀ ਔਰ ਖਤਰਾ ਇਹਨਾਂ ਦੇ ਵਾਸਤੇ ਕਾਫੀ ਸੀ। ਨੈਕਸਟ ਹੈਗਾ ਆਪਣਾ ਕਲੋਜ਼ਰ ਲੁੱਕ, ਇਹ ਆਪਾਂ ਨੈਕਸਟ ਕਲਾਸ ਦੇ ਵਿੱਚ ਕਰਾਂਗੇ। ਤੇ ਅੱਜ ਦੀ ਕਲਾਸ ਵਾਸਤੇ ਇੰਨਾ ਹੀ। ਥੈਂਕ ਯੂ।